ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਹੜੇ ਕਹਿੰਦੇ ਹਨ ਅਸੀਂ ਸੇਵਾ ਤਾਂ ਬਹੁਤ ਕਰਦੇ ਹਾਂ, ਅਸੀਂ ਚੁਪਹਿਰੇ ਤਾਂ ਬਹੁਤ ਕੱਟ ਲਏ ਹਨ, ਪਰ ਸਾਡੀ ਆਸ ਮੁਰਾਦ ਪੂਰੀ ਨਹੀਂ ਹੋ ਰਹੀ, ਉਹ ਇਹ ਹੱਡ ਬੀਤੀ ਜ਼ਰੂਰ ਸੁਣ ਲੈਣ ਜੀ। ਜਿਨ੍ਹਾਂ ਨੂੰ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰੋਂ ਮਿਲਿਆ ਹੈ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਨੂੰ ਮਿਲਿਆ ਹੈ ਉਹ ਬਾਬਾ ਜੀ ਦੇ ਦਰ 'ਤੇ ਸ਼ੁਕਰਾਨਾ ਕਰਨ ਆਉਂਦੇ ਨੇ ਤੇ ਦੱਸਦੇ ਨੇ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ, ਤੇ ਜਦੋਂ ਆਪਣੀ ਹੱਡ ਬੀਤੀ ਸੁਣਾਉਂਦੇ ਹਨ ਕਿ ਅਸੀਂ ਇਸ ਦਰ ਉੱਪਰ ਰੋਂਦੇ ਆਏ ਸੀ ਤੇ ਬਾਬਾ ਦੀਪ ਸਿੰਘ ਜੀ ਦੇ ਦਰੋਂ ਅਸੀਂ ਹੁਣ ਹੱਸਦੇ ਗਏ ਹਾਂ। ਇਹ ਵਾਰਤਾ ਸੁਣਾਉਂਦੇ ਆ ਹੁਣ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ, ਉਹ ਬੈਰਾਗ ਕਰਨ ਲੱਗ ਜਾਂਦੇ ਹਨ। ਇਹ ਬਰਕਤ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਦੀ। ਜਿਹੜੇ ਝੁਕ ਜਾਂਦੇ ਹਨ ਉਹਨਾਂ ਦੀਆਂ ਕਿਸਮਤਾਂ ਚਮਕ ਜਾਂਦੀਆਂ ਨੇ, ਉਹਨਾਂ ਨੂੰ ਕੱਖਾਂ ਤੋਂ ਲੱਖ ਕਰ ਦਿੰਦੇ ਹਨ ਬਾਬਾ ਦੀਪ ਸਿੰਘ ਜੀ। ਉਹ ਬਾਬਾ ਦੀਪ ਸਿੰਘ ਜੀ ਦੇ ਦਰ ਉੱਤੇ ਦਿਨ ਰਾਤ ਗੁਣ ਗਾਉਂਦੇ ਹਨ। ਖਾਲਸਾ ਜੀ ਉਹੀ ਮਹਿਮਾ ਕਰਦੇ ਨੇ ਸ਼ਹੀਦ ਸਿੰਘਾਂ ਦੀ, ਜਿਨ੍ਹਾਂ ਦੇ ਹਿਰਦੇ ਵਿੱਚ ਉਹਨਾਂ ਪ੍ਰਤੀ ਪ੍ਰੇਮ ਹੁੰਦਾ ਹੈ। ਇੱਕ ਮਾਤਾ ਜੀ ਕਹਿੰਦੇ ਹਨ ਕਿ ਮੈਨੂੰ ਅੱਜ ਤੱਕ ਜਿੰਨਾ ਵੀ ਮਿਲਿਆ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਹੀ ਮਿਲਿਆ ਹੈ, ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਸੇਵਾ ਕਰਕੇ ਹੀ ਮਿਲਿਆ ਹੈ। ਉਹ ਦੱਸਦੀ ਹੈ ਕਿ ਮੈਂ ਪੇਕੇ ਪਿੰਡ ਵੀ ਬੜੀ ਗਰੀਬੀ ਦੇਖੀ ਸੀ ਤੇ ਸਹੁਰੇ ਘਰ ਵੀ ਮੈਂ ਬਹੁਤ ਹੀ ਗਰੀਬ ਹਾਂ, ਤੇ ਉੱਥੇ ਆ ਕੇ ਵੀ ਮੈਂ ਬਹੁਤ ਗਰੀਬੀ ਝੱਲੀ ਹੈ। ਐਸੀ ਮੇਰੀ ਕਿਸਮਤ ਸੀ, ਪਰ ਮੈਂ ਕਦੇ ਵੀ ਮਨ ਦੇ ਵਿੱਚ ਕਦੇ ਕੋਈ ਰੋਸ ਨਹੀਂ ਸੀ ਕੀਤਾ। ਇਹ ਵਾਹਿਗੁਰੂ ਦੀ ਕਿਰਪਾ ਰਹੀ ਹੈ ਮੇਰੇ ਤੇ। ਮੈਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਰੋਜ਼ ਜਾਂਦੀ ਸਾਂ, ਤੇ ਜਿਹੜਾ ਮੇਰਾ ਘਰ ਵਾਲਾ ਸੀ ਉਹ ਮਾੜਾ ਮੋਟਾ ਕੰਮ ਕਰਦਾ ਸੀ, ਸਬਜ਼ੀ ਵਗੈਰਾ ਵੇਚਦਾ ਸੀ, ਪਰ ਇੰਨਾ ਵੀ ਕੋਈ ਜ਼ਿਆਦਾ ਸਾਡਾ ਕੰਮ ਨਹੀਂ ਸੀ ਤੇ ਘਰ ਦਾ ਖਰਚਾ ਵੀ ਨਹੀਂ ਸੀ ਨਿਕਲਦਾ। ਤੇ ਮੈਂ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਸਾਫ਼ ਕਰਨੇ ਤੇ ਉਹਨਾਂ ਦੇ ਘਰਾਂ ਦੀ ਸਾਫ਼ ਸਫਾਈ ਕਰ ਦੇਣੀ। 2-4 ਘਰ ਸੀ ਮੇਰੇ ਕੋਲ, ਜਿਨ੍ਹਾਂ ਘਰਾਂ ਦੀ ਮੈਂ ਸਾਫ਼ ਸਫਾਈ ਕਰਦੀ ਸੀ ਤੇ ਰੋਟੀ ਪਾਣੀ ਪਕਾਉਂਦੀ ਸੀ। ਇੱਕ ਨੇਮ ਸੀ ਮੇਰਾ ਕਿ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਕਰਨ ਤੋਂ ਬਿਨਾਂ ਕਦੇ ਵੀ ਇਹ ਕੰਮ 'ਤੇ ਨਹੀਂ ਜਾਂਦੀ ਸੀ। ਮੈਂ ਸਵੇਰੇ ਉੱਠ ਕੇ ਟਾਈਮ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਚਲੀ ਜਾਂਦੀ ਸਾਂ, ਦਰਸ਼ਨ ਮੇਲੇ ਕਰਕੇ ਫਿਰ ਹੀ ਕੰਮ 'ਤੇ ਜਾਂਦੀ ਸਾਂ। ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਕਾਫੀ ਸਾਲ ਹੋ ਗਏ ਸੀ। ਮੈਂ ਕਦੇ ਵੀ ਮਹਾਰਾਜ ਨੂੰ ਨਹੀਂ ਕਿਹਾ ਕਿ ਮਹਾਰਾਜ ਜੀ ਮੈਨੂੰ ਅਮੀਰੀ ਦਿਓ, ਜਾਂ ਮੈਨੂੰ ਕੁਝ ਚਾਹੀਦਾ ਹੈ, ਜਾਂ ਪੈਸੇ ਚਾਹੀਦੇ ਹਨ। ਮੈਂ ਇਹੀ ਅਰਦਾਸ ਕਰਦੀ ਸਾਂ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਦਰ 'ਤੇ ਆਈ ਹਾਂ ਤੇ ਤੁਸੀਂ ਮੇਰੀ ਬਾਂਹ ਫੜ ਲਓ, ਮੇਰੀ ਲਾਜ ਰੱਖ ਲਓ। ਸਾਧ ਸੰਗਤ ਜੀ ਇਹ ਅਸਲ ਹੋਇਆ ਕਰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਵੀ ਕੀਤੇ ਹਨ ਕਿ ਮੇਰੇ ਸਿੱਖ ਕੋ ਮਾਇਆ ਜੁੜੇ ਨਾ, ਲੋੜ ਪੈਣ ਤੇ ਥੁੜੇ ਨਾ, ਇਹ ਖਾਲੀ ਕੋਈ ਏਦੋਂ ਘਰੋਂ ਕਦੇ ਮੁੜੇ ਨਾ। ਇਹ ਮਹਾਰਾਜ ਜੀ ਦੇ ਬਚਨ ਸਨ ਕਿ ਮੇਰੇ ਸਿੱਖ ਕੋਲ ਮਾਇਆ ਭਾਵੇਂ ਨਾ ਹੋਵੇ, ਕਿਉਂਕਿ ਜਿਹੜੀ ਮਾਇਆ ਹੈ ਇਹ ਤਾਂ ਨਾਗਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਆਉਂਦੇ ਨੇ ਕਿ ਮਾਇਆ ਮਮਤਾ ਮੋਹਣੀ, ਜਿਨ ਵਿਣ ਦਿਨ ਨਾ ਜਗਤ ਖਾਇਆ। ਇਹ ਐਸੀ ਮੋਹਣੀ ਹੈ, ਇਹਦੇ ਮੂੰਹ ਵਿੱਚ ਦੰਦ ਵੀ ਕੋਈ ਨਹੀਂ, ਪਰ ਸਾਰੇ ਸੰਸਾਰ ਨੂੰ ਖਾ ਗਈ ਹੈ, ਸਾਰੇ ਸੰਸਾਰ ਨੂੰ ਇਸਨੇ ਚੱਬਿਆ ਹੋਇਆ ਹੈ। ਏਦਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗੁਰਸਿੱਖਾਂ ਨੂੰ ਦੱਸਿਆ ਸੀ ਕਿ ਭਾਈ ਮਾਇਆ ਨੂੰ ਜੋੜਨ ਵਾਸਤੇ ਯਤਨ ਨਹੀਂ ਕਰਨੇ ਚਾਹੀਦੇ। ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਰੀਤ ਚਲਾਈ ਸੀ ਕਿ ਜੋ ਖਾਲਸਾ ਜੀ ਜਿਹੜੇ ਨੇਮੀ ਪ੍ਰੇਮੀ ਹੁੰਦੇ ਨੇ, ਸਤਿਗੁਰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਉਹਨਾਂ ਦੇ ਘਰੇ ਬੇਸ਼ੱਕ ਪੈਸਾ ਕੋਲ ਕੋਈ ਵੀ ਨਾ ਹੋਵੇ, ਪਰ ਜਦੋਂ ਉਹਨਾਂ ਨੂੰ ਕੰਮ ਪੈ ਜਾਂਦਾ ਹੈ ਇੱਧਰੋਂ ਉੱਧਰੋਂ ਸਾਰੇ ਪਾਸਿਓਂ ਪੈਸਾ ਆ ਜਾਂਦਾ ਹੈ। ਉਹ ਕਿਸੇ ਵੀ ਅੱਗੇ ਹੱਥ ਨਹੀਂ ਅੱਡਦੇ, ਆਪਣੇ ਆਪ ਹੀ ਉਹਨਾਂ ਨਾਲ ਖੇਡ ਵਰਤ ਜਾਂਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਸਾਧ ਸੰਗਤ ਜੀ
ਉਹ ਮਾਤਾ ਜੀ ਦੱਸਣ ਲੱਗੇ ਕਿ ਇੱਦਾਂ ਮੈਂ ਲੋਕਾਂ ਦੇ ਘਰ ਸਫਾਈ ਕਰਦੀ ਸੀ ਤੇ ਪਹਿਲਾਂ ਮੈਂ ਗੁਰੂ ਰਾਮਦਾਸ ਜੀ ਦੇ ਘਰ ਜਾਣਾ ਹੁੰਦਾ ਸੀ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਲੱਖਾਂ ਨਾਲ ਸੰਗਤ ਆਉਂਦੀ ਸੀ। ਲੱਖਾਂ ਨਾਲ ਉੱਥੇ ਸੰਗਤ ਮੱਥਾ ਟੇਕਣ ਲਈ ਜੁੜੀ ਹੁੰਦੀ ਸੀ। ਮੈਂ ਰੋਜ਼ ਹੀ ਜਦੋਂ ਦਰਸ਼ਨ ਮੇਲੇ ਕਰਨੇ, ਮੇਰਾ ਪ੍ਰਣ ਹੁੰਦਾ ਸੀ ਕਿ ਮੈਂ ਅੰਦਰ ਦਰਬਾਰ ਸਾਹਿਬ ਜੀ ਦੇ ਜ਼ਰੂਰ ਮੱਥਾ ਟੇਕ ਕੇ ਹੀ ਆਉਣਾ ਹੈ। ਮੈਂ ਰੋਜ਼ ਹੀ ਲੇਟ ਹੋ ਜਾਂਦੀ ਸੀ ਤੇ ਜਦੋਂ ਲੇਟ ਹੋ ਜਾਂਦੀ ਸੀ ਤੇ ਜਦ ਮੈਂ ਕੰਮ ਤੇ ਜਾਣਾ, ਉਹਨਾਂ ਨੇ ਮੈਨੂੰ ਬੋਲਣਾ ਕਿ ਤੂੰ ਲੇਟ ਆਈ ਹੈ, ਤੂੰ ਇੱਦਾਂ ਕਿਉਂ ਕਰਦੀ ਹੈ, ਇੱਦਾਂ ਸਾਡਾ ਨਹੀਂ ਸਰੇਗਾ। ਜੇ ਤੇਰੇ ਕੋਲ ਕੰਮ ਨਹੀਂ ਹੁੰਦਾ ਤਾਂ ਤੂੰ ਸਾਨੂੰ ਜਵਾਬ ਦੇ ਦੇ, ਅਸੀਂ ਕੋਈ ਹੋਰ ਕੰਮ ਵਾਲੀ ਰੱਖ ਲੈਂਦੇ ਹਾਂ। ਕਹਿੰਦੀ ਕਿ ਮੈਂ ਮਨ ਵਿੱਚ ਸੋਚਿਆ ਕਿ ਗੁਰੂ ਮਹਾਰਾਜ ਜੀ ਕਿਰਪਾ ਕਰੋ ਮੇਰੇ ਤੇ। ਆਪ ਜੀ ਦੇ ਮੈਂ ਦਰ ਆਉਂਦੀ ਹਾਂ, ਉੱਥੇ ਥੋੜਾ ਟਾਈਮ ਮੈਨੂੰ ਜ਼ਿਆਦਾ ਲੱਗ ਜਾਂਦਾ ਹੈ। ਮੈਂ ਸੰਗਤ ਦੇ ਦਰਸ਼ਨ ਕਰਨੇ ਹੁੰਦੇ ਹਨ, ਆਪ ਜੀ ਦੇ ਦਰਸ਼ਨ ਕਰਨੇ ਹੁੰਦੇ ਹਨ। ਕਿਰਪਾ ਕਰਕੇ ਕੋਈ ਰਸਤਾ ਦੱਸੋ, ਮਹਾਰਾਜ ਜੀ ਸਹਾਈ ਹੋਵੋ। ਕਹਿੰਦੀ ਕਿ ਉਸ ਦਿਨ ਮੈਂ ਅਰਦਾਸ ਕਰਕੇ ਤੇ ਘਰ ਆ ਕੇ ਸਾਰਾ ਕੰਮ ਕਾਰ ਕਰਕੇ, ਲੋਕਾਂ ਦੇ ਘਰੋਂ ਤੇ ਆਪਣੇ ਘਰ ਦਾ ਕੰਮ ਕਰਕੇ ਮੈਂ ਸੌਂ ਗਈ। ਜਦੋਂ ਸੁੱਤੀ ਸਾਂ ਤਾਂ ਸੁਪਨੇ ਵਿੱਚ ਦਰਬਾਰ ਸਾਹਿਬ ਦੇ ਇੱਕ ਸਿੰਘ ਸਾਹਿਬ ਦੇ ਮੈਨੂੰ ਦਰਸ਼ਨ ਸੁਪਨੇ ਵਿੱਚ ਹੋਏ। ਉਹ ਮੈਨੂੰ ਕਹਿਣ ਲੱਗੇ, ਤੁਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਤੁਹਾਨੂੰ ਜੇਕਰ ਇੰਨਾ ਸਮਾਂ ਲੱਗ ਜਾਂਦਾ ਹੈ, ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਮਸਕਾਰ ਕਰ ਲਿਆ ਕਰੋ। ਉੱਥੇ ਤੁਹਾਨੂੰ ਸਮਾਂ ਘੱਟ ਲੱਗੇਗਾ ਤੇ ਬਾਬਾ ਜੀ ਦੇ ਦਰਸ਼ਨ ਵੀ ਹੋ ਜਾਣਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉੱਥੇ ਹੀ ਬੈਠੇ ਹਨ। ਆਪਣੇ ਸਿੱਖ ਦੇ ਘਰ ਵੀ ਮਹਾਰਾਜ ਜੀ ਦਾ ਸਦਾ ਪਹਿਰਾ ਰਹਿੰਦਾ ਹੈ। ਅਗਰ ਤੁਹਾਨੂੰ ਉੱਥੇ ਜ਼ਿਆਦਾ ਸਮਾਂ ਲੱਗਦਾ ਹੈ, ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਦਰਸ਼ਨ ਕਰ ਲਿਆ ਕਰੋ। ਇਵੇਂ ਦਾ ਖਾਲਸਾ ਜੀ ਕਹਿੰਦੀ ਹੈ ਕਿ ਮੈਨੂੰ ਸੁਪਨਾ ਆਇਆ। ਜਦੋਂ ਮੇਰੀਆਂ ਅੱਖਾਂ ਖੁੱਲੀਆਂ, ਉਹ ਕਹਿੰਦੀ ਹੈ ਕਿ ਜਦ ਮੇਰੀਆਂ ਅੱਖਾਂ ਖੁੱਲੀਆਂ ਤਾਂ ਮੈਂ ਸੋਚਿਆ ਕਿ ਮੈਨੂੰ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਰਸਤਾ ਦੱਸ ਦਿੱਤਾ ਹੈ ਤੇ ਮੈਂ ਉਸ ਦਿਨ ਤੋਂ ਬਾਅਦ ਸ਼ਹੀਦਾਂ ਸਾਹਿਬ ਦਰਸ਼ਨ ਮੇਲੇ ਕਰਕੇ ਮੁੜ ਜਾਂਦੀ ਸਾਂ। ਇੱਕ ਤਾਂ ਮੈਨੂੰ ਲਾਗੇ ਪੈਂਦਾ ਸੀ, ਇੱਕ ਉੱਥੇ ਬਹੁਤੀ ਸੰਗਤ ਸਵੇਰੇ ਅੰਮ੍ਰਿਤ ਵੇਲੇ ਜ਼ਿਆਦਾ ਨਹੀਂ ਸੀ ਹੁੰਦੀ, 8-9 ਵਜੇ ਘੱਟ ਹੀ ਹੁੰਦੀ ਸੀ। ਮੈਂ ਦਰਸ਼ਨ ਮੇਲੇ ਕਰਕੇ ਚੰਗੀ ਤਰ੍ਹਾਂ ਮਹਾਰਾਜ ਦੇ ਦਰ ਦੀ ਸੇਵਾ ਕਰਨੀ ਤੇ ਫਿਰ ਚਲੀ ਜਾਣਾ। ਇੱਦਾਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ। ਕਹਿੰਦੀ ਮੈਂ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਲੱਗ ਪਈ, ਮੇਰੇ ਕੋਲੋਂ ਉਦੋਂ ਟਾਈਮ ਹੁੰਦਾ ਸੀ ਤੇ ਮੈਂ ਸੋਚਣਾ ਕਿ ਇੱਕ ਪਾਠ ਮੈਂ ਸ੍ਰੀ ਜਪਜੀ ਸਾਹਿਬ ਦਾ ਕਰ ਹੀ ਲਵਾਂ। ਫਿਰ ਕਹਿੰਦੀ ਕਿ ਮੈਂ ਬੈਠ ਕੇ ਮੈਂ ਪੋਥੀ ਸਾਹਿਬ ਲੈ ਕੇ ਇੱਕ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਹੌਲੀ ਹੌਲੀ ਮੇਰਾ ਮਨ ਇੱਦਾਂ ਦਾ ਹੋ ਗਿਆ ਕਿ ਮੇਰਾ ਦਿਲ ਕਰਨਾ ਕਿ ਮੈਂ ਇੱਕ ਹੋਰ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਵਾਂ। ਹੌਲੀ ਹੌਲੀ ਮਹਾਰਾਜ ਦੀ ਕਿਰਪਾ ਹੋਈ, ਮੈਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਨ ਲੱਗ ਪਈ। 1 ਘੰਟੇ ਦੇ ਵਿੱਚ ਮੈਂ ਜਲਦੀ ਪਾਠ ਕਰਕੇ ਸੇਵਾ ਨਿਭਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਖੁਸ਼ੀਆਂ ਲੈ ਕੇ ਆਪਣੇ ਕੰਮ ਤੇ ਚਲੀ ਜਾਂਦੀ ਸਾਂ। ਫਿਰ ਇੱਦਾਂ ਦੱਸਦੀ ਹੈ ਕਿ ਮੇਰਾ ਮਨ ਜਿਹੜਾ ਸੀ ਉਹ ਬਾਣੀ ਵਾਲੇ ਪਾਸੇ ਹੋਰ ਹੋਣ ਲੱਗ ਪਿਆ। ਹੌਲੀ ਹੌਲੀ ਮੇਰੇ ਮਨ ਵਿੱਚ ਖਿਆਲ ਆਉਣ ਲੱਗ ਪਏ ਕਿ ਜੇ ਬਾਣੀ ਪੜਾਂਗੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਸਾਰਾ ਕੁਝ ਕਰ ਦੇਣਗੇ, ਨਾਲੇ ਮੈਨੂੰ ਤਾਂ ਬਾਣੀ ਪੜ੍ਹਨੀ ਆਉਂਦੀ ਹੈ। ਇਵੇਂ ਕਹਿੰਦੀ ਕਿ ਮੈਂ ਜਾਂਦੀ ਰਹੀ। ਮੈਨੂੰ ਜਾਂਦਿਆਂ 2-4 ਸਾਲ ਹੋ ਗਏ ਸਨ। ਸੇਵਾ ਕਰਦਿਆਂ ਦਰਸ਼ਨ ਮੇਲੇ ਕਰਦਿਆਂ ਇੱਕ ਦਿਨ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ, ਕਿ ਬਾਬਾ ਜੀ ਗਰੀਬੀ ਤਾਂ ਮੈਂ ਪਹਿਲਾਂ ਵੀ ਬਹੁਤ ਵੇਖੀ ਹੈ ਤੇ ਗਰੀਬੀ ਹੁਣ ਵੀ ਹੈ। ਤੇ ਉਸਨੇ ਮਹਾਰਾਜ ਜੀ ਨੂੰ ਕਿਹਾ ਕਿ ਮੈਂ ਤਾਂ ਕਦੇ ਮਨ ਭਾਉਂਦਾ ਸੂਟ ਵੀ ਨਹੀਂ ਪਾ ਕੇ ਵੇਖਿਆ, ਇਕੱਠੇ ਬੱਚਿਆਂ ਨੂੰ ਕਦੇ ਕੱਪੜੇ ਵੀ ਨਹੀਂ ਪਾ ਕੇ ਵੇਖੇ। ਮਹਾਰਾਜ ਜੀ ਇਹ ਕਿਵੇਂ ਦਾ ਵਰਤਾਰਾ ਹੈ, ਤੇ ਜੇ ਸਾਡੇ ਤੋਂ ਕੋਈ ਭੁੱਲਣਾ ਹੋ ਗਈ ਹੈ, ਪੁਰਾਣੇ ਮਾੜੇ ਕਰਮ ਸਨ। ਸਤਿਗੁਰ ਜੀ ਅਸੀਂ ਤਾਂ ਜਾਣਦੇ ਨਹੀਂ, ਤੁਸੀਂ ਹੀ ਜਾਣਦੇ ਹੋ। ਕਿਰਪਾ ਕਰਕੇ ਮਹਾਰਾਜ ਜੀ ਉਹਨਾਂ ਨੂੰ ਮਿਟਣਾ ਕਰ ਦਿਓ, ਉਹਨਾਂ ਨੂੰ ਕੱਟ ਦਿਓ। ਖਾਲਸਾ ਜੀ ਇਹ ਅਰਦਾਸ ਕੀਤੀ ਉਸ ਭੈਣ ਨੇ। ਅਸੀਂ ਕਹਿੰਦੇ ਹਾਂ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਮੇਰੇ ਨਾਲ ਮਾੜਾ ਕਿਉਂ ਹੋ ਰਿਹਾ ਹੈ। ਅਸੀਂ ਤਾਂ ਕਿਸੇ ਨੂੰ ਕਦੇ ਮਾੜਾ ਬੋਲਿਆ ਵੀ ਨਹੀਂ। ਇੱਦਾਂ ਨਹੀਂ ਹੁੰਦਾ ਸਾਧ ਸੰਗਤ ਜੀ, ਬਿਨਾਂ ਮਾੜਾ ਕੀਤਿਆਂ ਆਪਣਾ ਮਾੜਾ ਹੋ ਹੀ ਨਹੀਂ ਸਕਦਾ।
ਕਦੇ ਨਾ ਕਦੇ ਤਾਂ ਅਸੀਂ ਕਿਸੇ ਦਾ ਮਾੜਾ ਸੋਚਿਆ ਹੋਵੇਗਾ, ਤਾਂ ਹੀ ਸਾਨੂੰ ਦੁੱਖ ਲੱਗਦੇ ਹਨ। ਇਹ ਕੋਈ ਪੁਰਾਣੇ ਕਰਮਾਂ ਦੀ ਖੇਡ ਵੀ ਹੋ ਸਕਦੀ ਹੈ। ਜੇ ਤੁਸੀਂ ਇਸ ਜਨਮ ਦੇ ਵਿੱਚ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕੁਝ ਕੀਤਾ ਹੈ, ਪਤਾ ਨਹੀਂ ਕਿ ਕਿੰਨੇ ਲੱਖਾਂ ਦੇ ਹਿਸਾਬ ਨਾਲ ਅਸੀਂ ਪਿਛਲੇ ਜਨਮ ਵਿੱਚ ਮਾੜੇ ਕਰਮ ਭੋਗ ਕੇ ਆਏ ਹਾਂ। ਉਹ ਸਾਰਾ ਜਿੰਨਾ ਵੀ ਬਾਇਓਡਾਟਾ ਹੈ, ਉਹ ਤੁਹਾਡੇ ਨਾਲ ਚੱਲਦਾ ਹੈ। ਇਹ ਉਹੀ ਰੂਹ ਹੈ, ਉਹੀ ਆਤਮਾ ਹੈ, ਜਿਹੜੀ ਉਹ ਜਨਮਾਂ ਜਨਮਾਂ ਦੇ ਵਿੱਚ ਘੁੰਮ ਕੇ ਆਈ ਹੈ, ਅਲੱਗ-ਅਲੱਗ ਸਰੀਰਾਂ ਵਿੱਚੋਂ ਨਿਕਲ ਕੇ ਆਈ ਹੁੰਦੀ ਹੈ ਤੇ ਹੁਣ ਬੰਦੇ ਦੇ ਸਰੀਰ ਵਿੱਚ ਵੜ ਜਾਂਦੀ ਹੈ। ਰੂਹ ਤਾਂ ਤੁਹਾਡੀ ਉਹੀ ਹੈ ਨਾ, ਕਿਉਂਕਿ ਆਤਮਾ ਕਦੇ ਵੀ ਮਰਦੀ ਨਹੀਂ ਹੈ। ਉਸ ਦੇ ਨਾਲ ਜੋ ਤੁਹਾਡਾ ਚਿੰਬੜਿਆ ਮਾੜਾ ਕਰਮ ਹੈ, ਉਹ ਤੁਹਾਨੂੰ ਭੋਗਣਾ ਹੀ ਪਵੇਗਾ। ਤੁਸੀਂ ਆਪਣੇ ਆਪ ਨੂੰ ਸਰੀਰ ਸਮਝਦੇ ਹੋ ਕਿ ਇਹ ਸਰੀਰ ਮੈਂ ਮਾਂ ਦੇ ਪੇਟ ਵਿੱਚੋਂ ਹੀ ਜੰਮਿਆ ਹਾਂ। 20 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਮੈਂ ਤੇ ਕਦੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ। ਇੱਦਾਂ ਨਹੀਂ ਹੁੰਦਾ ਸਾਧ ਸੰਗਤ ਜੀ। ਸਰੀਰ ਮਿੱਟੀ ਹੈ, ਉਹਨੇ ਇੱਥੇ ਹੀ ਰਹਿ ਜਾਣਾ ਹੈ। ਇਹਦਾ ਸੋਚੋ ਕਿ ਜਿਹੜੀ ਮੇਰੀ ਆਤਮਾ ਹੈ, ਇਹ ਕਿੰਨੇ ਯੁਗਾਂ ਤੋਂ ਤੁਰੀ ਹੈ। ਇਸਨੇ ਕਿੰਨੇ ਰੂਪ ਧਾਰਨ ਕੀਤੇ ਹਨ। ਇਹ ਕਿੰਨਿਆਂ ਸਰੀਰਾਂ ਵਿੱਚੋਂ ਨਿਕਲ ਕੇ ਆਈ ਹੈ ਤੇ ਕਿੰਨਿਆਂ ਦਾ ਇਸਨੇ ਮਾੜਾ ਕੀਤਾ ਹੋਵੇਗਾ। ਫਿਰ ਮੈਨੂੰ ਇਹ ਇਨਸਾਨ ਰੂਪ ਮਿਲਿਆ ਹੈ, ਇਹ ਸਰੀਰ ਮਿਲਿਆ ਹੈ। ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ ਮੇਰੀ, ਕਿ ਮੈਨੂੰ ਆਪਣੇ ਕਰਮਾਂ ਦਾ ਸਤਿਗੁਰ ਜੀ ਪਤਾ ਨਹੀਂ, ਮੈਂ ਪਿੱਛੇ ਕੀ ਕੁਝ ਕਰਕੇ ਆਇਆ ਹਾਂ, ਕਿੰਨਾ ਕੁ ਜ਼ੁਲਮ ਕੀਤਾ ਹੋਵੇਗਾ ਮੈਂ ਜੀਵਾਂ ਦੇ ਉੱਪਰ, ਕਿੰਨੇ ਕੁ ਮੈਂ ਪਾਪ ਕੀਤੇ ਹੋਣਗੇ। ਤੁਸੀਂ ਉਹ ਕਿਰਪਾ ਕਰਕੇ ਸਾਰੇ ਕੱਟ ਦਿਓ, ਕਿਰਪਾ ਕਰ ਦਿਓ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਖੁਸ਼ ਹੋ ਕੇ ਸੇਵਾ ਲਾਉਂਦੇ ਨੇ। ਜਦੋਂ ਆਪਣੀ ਸੇਵਾ ਲਾ ਲੈਂਦੇ ਨੇ, ਫਿਰ ਇਹ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਬੰਦਾ ਜਪ ਤਪ ਵਿੱਚ ਲੱਗਦਾ ਹੈ, ਨੇਮ ਪਕਾਉਂਦਾ ਹੈ। ਉਦੋਂ ਫਿਰ ਇਹ ਜਿਹੜੇ ਪੁਰਾਣੇ ਕੀਤੇ ਕਰਮ ਹਨ, ਉਹ ਨਸ਼ਟ ਹੋ ਜਾਂਦੇ ਹਨ। ਸਾਧ ਸੰਗਤ ਜੀ, ਇੱਦਾਂ ਹੀ ਉਹ ਮਾਤਾ ਜੀ ਕਹਿੰਦੇ ਕਿ ਮੈਂ ਅਰਦਾਸ ਕੀਤੀ, ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ। ਉਸੇ ਦਿਨ ਸ਼ਾਮੀ ਉਹਦੇ ਲੱਤ ਤੇ ਸੱਟ ਲੱਗ ਗਈ, ਉਹ ਵੀ ਘਰ ਬੈਠ ਗਿਆ। ਲੱਤ 2 ਜਗ੍ਹਾ ਤੋਂ ਟੁੱਟ ਗਈ ਤੇ ਮੈਂ ਆਪਣੇ ਜਿੱਥੇ ਕੰਮ ਕਰਦੀ ਸੀ, ਉਹਨਾਂ ਕੋਲੋਂ ਪੈਸੇ ਲੈ ਕੇ ਉਹਦਾ ਇਲਾਜ ਕਰਵਾਇਆ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਗਲੇ ਦਿਨ ਗਈ। ਮੈਂ ਜਾ ਕੇ ਕਿਹਾ ਕਿ ਬਾਬਾ ਜੀ, ਮੈਂ ਤੁਹਾਡੇ ਨਾਲ ਕੋਈ ਰੋਸ ਨਹੀਂ ਸੀ ਕੀਤਾ, ਮੈਂ ਤਾਂ ਪ੍ਰੇਮ ਨਾਲ ਹੀ ਕਿਹਾ ਸੀ। ਮੈਂ ਕਿਹਾ ਬਾਬਾ ਜੀ, ਮੇਰੇ ਕੋਲੋਂ ਗਲਤੀ ਹੋ ਗਈ। ਮੈਂ ਤੁਹਾਨੂੰ ਕਿਹਾ ਸੀ ਕਿ ਕੋਈ ਕਾਰਜ ਇਹੋ ਜਿਹਾ ਬਖਸ਼ੋ ਕਿ ਮੇਰੇ ਘਰ ਪੈਸਾ ਆ ਜਾਵੇ, ਮੇਰੀ ਵੀ ਇਹ ਗਰੀਬੀ ਨਿਕਲ ਜਾਵੇ। ਪਰ ਮਹਾਰਾਜ ਜੀ ਇਹੋ ਜਿਹਾ ਕੌਤਕ ਵਰਤ ਗਿਆ ਕਿ ਜਿਹੜਾ ਮਾੜਾ ਮੋਟਾ ਕਮਾ ਕੇ ਲਿਆਉਂਦਾ ਸੀ, ਉਹ ਵੀ ਬੈਠ ਗਿਆ। ਚਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਉਵੇਂ ਹੀ ਭਲਾ ਹੈ। ਸਾਧ ਸੰਗਤ ਜੀ, ਬਿਰਤੀ ਦੀ ਗੱਲ ਹੁੰਦੀ ਹੈ ਕਿ ਕਈ ਰੋਂਦੇ ਹਨ ਕਿ ਮੈਂ ਬਾਬਾ ਜੀ ਤੇ ਸੇਵਾ ਕਰਦੀ ਹਾਂ, ਇੰਨੇ ਸਾਲ ਦੀ ਮੈਨੂੰ ਸੇਵਾ ਕਰਨ ਦਾ ਫਲ ਕੀ ਮਿਲਿਆ ਹੈ? ਤੁਸੀਂ ਲੋਕਾਂ ਨੂੰ ਦਿੰਦੇ ਹੋ, ਤੁਸੀਂ ਠੱਗਾਂ ਨੂੰ ਦਿੰਦੇ ਹੋ। ਅਸੀਂ ਤਾਂ ਚੰਗੇ ਹਾਂ, ਸਾਡੇ ਨਹੀਂ ਹੋ ਤੁਸੀਂ, ਸਾਨੂੰ ਕੁਝ ਨਹੀਂ ਦਿੱਤਾ। ਇੱਦਾਂ ਦੀ ਬਿਰਤੀ ਵਾਲੇ ਲੋਕ ਖਾਲੀ ਹੱਥ ਰਹਿ ਜਾਂਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹੀ ਕਹਿਣਾ ਹੈ, ਸਤਿਗੁਰ ਜੀ, ਸਾਡੇ ਵਿੱਚ ਜੇਕਰ ਕੋਈ ਕਮੀ ਹੈ ਤਾਂ ਹੀ ਸਾਨੂੰ ਇਹ ਕੁਝ ਨਹੀਂ ਮਿਲਿਆ ਹੋਵੇਗਾ। ਮਹਾਰਾਜ ਜੀ, ਮਿੰਨਤ ਕਰਕੇ, ਤਰਲਾ ਕਰਕੇ ਆਪਣੇ ਗੁਰੂ ਤੋਂ ਸਭ ਕੁਝ ਮੰਗੋ, ਉਦੋਂ ਕਿਰਪਾ ਕਰ ਦੇਣਗੇ ਵਾਹਿਗੁਰੂ ਜੀ। ਇੱਦਾਂ ਸਾਧ ਸੰਗਤ ਜੀ, ਵਸਤੂਆਂ ਦੀਆਂ ਪ੍ਰਾਪਤੀਆਂ ਹੁੰਦੀਆਂ ਹਨ, ਸੁੱਖ ਪ੍ਰਾਪਤ ਹੁੰਦਾ ਹੈ। ਉਹ ਮਾਤਾ ਜੀ ਦੱਸਣ ਲੱਗੇ ਕਿ 6-7 ਸਾਲ ਦੇ ਬਾਅਦ ਮਹਾਰਾਜ ਜੀ ਦੇ ਦਰ ਤੇ ਸੇਵਾ ਕਰਦੀ, ਮੈਂ ਨਿਤ ਹੀ ਗੁਰੂ ਘਰ ਜਾਣਾ। ਮੈਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਨਹੀਂ ਸੀ ਜਾਂਦੀ ਤੇ ਉਹਨਾਂ ਘਰਾਂ ਦਾ ਮੈਂ ਕੰਮ ਕਰਨਾ। ਜਿਹੜੀ ਘੜੀ ਮੈਂ ਬਾਣੀ ਵਿੱਚ ਲਗਾਉਂਦੀ ਸੀ, ਉਸ ਦਾ ਮੈਨੂੰ ਫਲ ਨਹੀਂ ਸੀ ਮਿਲਦਾ। ਮੇਰਾ ਵੱਡਾ ਬੇਟਾ ਬਿਮਾਰ ਹੋ ਗਿਆ ਤੇ ਫਿਰ ਛੋਟਾ ਵੀ ਬਿਮਾਰ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਨਾਰਮਲ ਜਿਹਾ ਬੁਖਾਰ ਹੈ, ਕੁਝ ਨਹੀਂ ਹੋਇਆ, ਠੀਕ ਹੋ ਜਾਣਗੇ। ਅੱਖਾਂ ਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਗਿਆ, ਅੱਖਾਂ ਪੀਲੀਆਂ ਹੋ ਗਈਆਂ। ਕਿਸੇ ਵੱਡੇ ਡਾਕਟਰ ਨੂੰ ਦਿਖਾਇਆ ਤਾਂ ਉਸਨੇ ਦੱਸਿਆ ਕਿ ਇਹਨਾਂ ਨੂੰ ਤਾਂ ਪੀਲੀਆ ਹੋ ਗਿਆ ਹੈ। ਮੇਰੇ ਕੋਲ ਇੰਨੇ ਪੈਸੇ ਨਹੀਂ ਸਨ, ਮੈਂ ਕਿੱਥੇ ਇੰਨੇ ਪੈਸੇ ਕਮਾਉਂਦੀ ਸੀ।
ਜਿਹੜਾ ਕਮਾਉਂਦਾ ਸੀ ਉਸ ਨੂੰ ਤਾਂ ਸੱਟ ਲੱਗ ਗਈ ਸੀ, ਉਹ ਮੰਜੇ ਤੇ ਪਿਆ ਸੀ। ਪਿਛਲੇ ਮਹੀਨੇ ਤੋਂ ਫਿਰ ਬੱਚਿਆਂ ਨੂੰ ਇੱਦਾਂ ਹੀ 1 ਮਹੀਨਾ ਮੈਂ ਕਦੇ ਥੋੜ੍ਹੀ ਬਹੁਤ ਦਵਾਈ ਲੈ ਦੇਣੀ ਤੇ ਉਸ ਨਾਲ ਉਹਨਾਂ ਨੇ ਤੁਰੇ ਫਿਰਨਾ। ਉਸ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਇੱਕ ਦਿਨ ਵੈਰਾਗ ਕਰ ਬੈਠੀ ਕਿ ਬਾਬਾ ਜੀ ਕੋਈ ਰਸਤਾ ਦੱਸੋ। ਮਹਾਰਾਜ ਜੀ ਪੈਸਾ ਮੇਰੇ ਕੋਲ ਕੋਈ ਨਹੀਂ, ਘਰ ਵਾਲੇ ਦੀ ਵੀ ਲੱਤ ਟੁੱਟ ਗਈ ਹੈ, ਉਹ ਮੰਜੇ ਤੇ ਹੈ, ਬੱਚੇ ਵੀ ਦੋਵੇਂ ਬਿਮਾਰ ਹਨ, ਕਿਰਪਾ ਕਰਕੇ ਕੋਈ ਰਸਤਾ ਦੱਸੋ ਮੈਨੂੰ। ਮਹਾਰਾਜ ਜੀ ਮੈਨੂੰ ਕੋਈ ਰਸਤਾ ਬਖਸ਼ੋ। ਕੀਰਤਨ ਸੋਹਿਲਾ ਦਾ ਪਾਠ ਕਰਕੇ ਮੈਂ ਰਾਤ ਨੂੰ ਸੌਂ ਗਈ। ਸੁੱਤੀ ਨੂੰ ਸੁਪਨਾ ਆ ਰਿਹਾ ਸੀ ਕਿ ਕੋਈ ਸਿੰਘ ਦੱਸ ਰਿਹਾ ਸੀ ਮੈਨੂੰ ਕਿ ਮਾਤਾ ਜੀ ਤੁਸੀਂ ਐਵੇਂ ਡਾਕਟਰਾਂ ਕੋਲ ਤੁਰੇ ਫਿਰਦੇ ਹੋ, ਬਾਬਾ ਦੀਪ ਸਿੰਘ ਜੀ ਦੇ ਦਰੋਂ ਧੂੜ ਲਿਆ ਕੇ ਇਹਨਾਂ ਨੂੰ ਮਲੋ, ਇਹ ਆਪ ਹੀ ਠੀਕ ਹੋ ਜਾਣਗੇ। ਤੇ ਜਦ ਤੁਸੀਂ ਘਰ ਵਿੱਚ ਪਾਠ ਕਰਦੇ ਹੋ ਤਾਂ ਆਪਣੇ ਕੋਲ ਜਲ ਰੱਖ ਕੇ ਪਾਠ ਕਰਿਆ ਕਰੋ। ਉਸ ਜਲ ਨਾਲ ਇਹਨਾਂ ਨੂੰ ਇਸ਼ਨਾਨ ਵੀ ਕਰਵਾਇਆ ਕਰੋ ਤੇ ਇਹਨਾਂ ਨੂੰ ਛਕਾਇਆ ਵੀ ਕਰੋ। ਕਹਿੰਦੀ ਕਿ ਮੈਂ ਰਾਤ ਉੱਠੀ ਤਾਂ 2 ਵਜੇ ਹੋਏ ਸਨ ਤੇ ਮੈਂ ਸੋਚਿਆ ਕਿ ਮੈਂ ਹੁਣ ਪਾਠ ਕਰ ਲੈਂਦੀ ਹਾਂ। ਮੈਂ ਜਲ ਕੋਲ ਰੱਖ ਕੇ ਸ੍ਰੀ ਸੁਖਮਨੀ ਸਾਹਿਬ ਦੇ 2 ਪਾਠ ਕੀਤੇ। ਫਿਰ ਮੈਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਉਠਾ ਕੇ ਉਹਨਾਂ ਨੂੰ ਜਲ ਛਕਾਇਆ। ਥੋੜ੍ਹਾ ਜਿਹਾ ਜਲ ਰੱਖ ਲਿਆ ਕਿ ਜਦ ਇਹ ਉੱਠਣਗੇ ਤਾਂ ਨਹਾਉਣਗੇ, ਉਦੋਂ ਇਹਨਾਂ ਨੂੰ ਇਸ਼ਨਾਨ ਕਰਵਾ ਦੇਵਾਂਗੀ। ਇਵੇਂ ਕਹਿੰਦੀ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਉੱਪਰ ਗਈ। ਉੱਥੇ ਜਾ ਕੇ ਸੰਗਤ ਦੀ ਧੂੜ ਇਕੱਠੀ ਕਰਕੇ ਝਾੜੂ ਨਾਲ ਇਕੱਠੀ ਕੀਤੀ ਧੂੜ ਨੂੰ ਲਿਆ ਕੇ ਲਿਫਾਫੇ ਵਿੱਚ ਪਾ ਕੇ ਬੱਚਿਆਂ ਦੇ ਸਿਰ ਤੇ ਮਲਿਆ। ਸਾਧ ਸੰਗਤ ਜੀ, ਉਹ ਭੈਣ ਦੱਸਦੀ ਹੈ ਕਿ ਇਹੋ ਜਿਹੀ ਖੇਡ ਕਦੇ ਮੈਂ ਵਰਤਦੀ ਨਹੀਂ ਵੇਖੀ। ਜਦੋਂ ਮੈਂ ਧੂੜ ਉਹਨਾਂ ਦੇ ਮੱਥੇ ਤੇ ਮਲੀ ਸੀ ਤਾਂ ਉਹਨਾਂ ਦੀਆਂ ਪੀਲੀਆਂ ਅੱਖਾਂ ਇੱਕਦਮ ਚਿੱਟੀਆਂ ਹੋ ਗਈਆਂ ਸਨ। ਉਹਨਾਂ ਦਾ ਪੀਲੀਆ ਗਾਇਬ ਹੀ ਹੋ ਗਿਆ, ਖਤਮ ਹੋ ਗਿਆ। ਐਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ, ਸ਼ਹੀਦਾਂ ਸਿੰਘਾਂ ਦੀ ਮੇਰੇ ਤੇ ਕਿਰਪਾ ਹੋਈ। ਮੇਰਾ ਜਿਹੜਾ ਵਿਸ਼ਵਾਸ ਸੀ ਉਹ ਹੋਰ ਵੀ ਪੱਕਾ ਹੋ ਗਿਆ। ਫਿਰ ਜਦ ਸਾਡੇ ਘਰ ਕੋਈ ਵੀ ਦੁੱਖ ਲੱਗਦਾ ਤਾਂ ਮੈਂ ਉੱਥੋਂ ਦੀ ਧੂੜ ਲਿਆ ਕੇ ਘਰ ਰੱਖ ਛੱਡਦੀ ਸੀ। ਜਦ ਵੀ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਸੀ ਤਾਂ ਅਸੀਂ ਉਹ ਧੂੜ ਮੱਥੇ ਤੇ ਲਗਾ ਲੈਂਦੇ ਸੀ। ਫਿਰ ਉਹ ਭੈਣ ਦੱਸਦੀ ਹੈ ਕਿ 5-6 ਸਾਲ ਲੰਘੇ। ਜਿਹੜਾ ਮੇਰਾ ਵੱਡਾ ਬੇਟਾ ਸੀ ਉਹਨੇ ਫੌਜੀ ਦੀ ਟਰਾਇਲ ਵਗੈਰਾ ਦਿੱਤੀ। ਉਹ ਦੌੜਦਾ ਹੁੰਦਾ ਸੀ। ਜਦ ਮੈਂ ਸਵੇਰੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੀ ਸੀ ਉਸ ਵੇਲੇ ਉਹ ਦੌੜ ਲਗਾਉਣ ਜਾਂਦਾ ਸੀ। ਮਹਾਰਾਜ ਦੀ ਐਸੀ ਕਿਰਪਾ ਹੋਈ, ਉਹ ਫੌਜ ਵਿੱਚ ਭਰਤੀ ਹੋ ਗਿਆ ਤੇ ਉਸਨੇ ਮੈਨੂੰ ਕਿਹਾ ਕਿ ਮਾਤਾ ਅੱਜ ਤੋਂ ਬਾਅਦ ਤੂੰ ਕਿਸੇ ਘਰੇ ਕੰਮ ਨਹੀਂ ਕਰਨਾ, ਕਿਸੇ ਦੀ ਸਾਫ਼ ਸਫਾਈ ਨਹੀਂ ਕਰਨੀ। ਫਿਰ ਉਹ ਭੈਣ ਦੱਸਦੀ ਹੈ ਕਿ 3-4 ਸਾਲ ਬਾਅਦ ਮੇਰਾ ਛੋਟਾ ਬੇਟਾ ਵੀ ਫੌਜ ਵਿੱਚ ਭਰਤੀ ਹੋ ਗਿਆ। ਇੱਦਾਂ ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ ਵਰਤੀ। ਹੁਣ ਸਾਡੇ ਦੋਵੇਂ ਪੁੱਤ ਕਮਾਉਂਦੇ ਸਨ ਤੇ ਸਾਨੂੰ ਦੋਵਾਂ ਜੀਆਂ ਨੂੰ ਬਸ ਇਹੀ ਕਹਿੰਦੇ ਸਨ ਕਿ ਤੁਸੀਂ ਬਸ ਆਪਣੇ ਘਰ ਵਿੱਚ ਹੀ ਰਹਿਣਾ ਹੈ ਤੇ ਜਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਾਠ ਕਰਨਾ ਹੈ। ਤੁਸੀਂ ਹੋਰ ਕੋਈ ਵੀ ਕੰਮਕਾਰ ਨਹੀਂ ਕਰਨਾ। ਉਹ ਸਾਨੂੰ ਬੈਠ ਕੇ ਖਵਾਉਂਦੇ ਸਨ। ਸਾਧ ਸੰਗਤ ਜੀ, ਉਹ ਭੈਣ ਦੱਸਦੀ ਹੈ ਕਿ ਕਿਵੇਂ ਬਾਬਾ ਜੀ ਦੀ ਕਿਰਪਾ ਨਾਲ ਸਾਡੇ ਘਰੋਂ ਗਰੀਬੀ ਦਾ ਕੋਹੜ ਦੂਰ ਹੋ ਗਿਆ ਤੇ ਉਹ ਕਹਿੰਦੀ ਹੈ ਕਿ ਮੈਂ ਬਾਬਾ ਜੀ ਦੀ ਸ਼ੁਕਰਗੁਜ਼ਾਰ ਹਾਂ। ਇੰਨਾ ਕੁਝ ਲੈਣ ਲਈ ਰੱਬ ਤੇ ਭਰੋਸਾ ਰੱਖਣਾ ਜ਼ਰੂਰੀ ਹੁੰਦਾ ਹੈ। ਸੰਤੋਖ ਤੇ ਵਿਸ਼ਵਾਸ ਆਪ ਨਹੀਂ ਕੀਤਾ ਜਾ ਸਕਦਾ, ਇਹ ਵੀ ਰੱਬ ਦੇ ਘਰੋਂ ਹੀ ਮੰਗਣਾ ਪੈਂਦਾ ਹੈ। ਸਭ ਤੋਂ ਪਹਿਲਾਂ ਜਦ ਕੁਝ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਦੇ ਕੋਲ ਤੁਸੀਂ ਜਾਂਦੇ ਹੋ, ਉੱਥੇ ਜਾ ਕੇ ਇਹੀ ਅਰਦਾਸ ਕਰਿਆ ਕਰੋ, ਬਾਬਾ ਜੀ ਸਾਡਾ ਭਰੋਸਾ ਤੇ ਵਿਸ਼ਵਾਸ ਤੁਹਾਡੇ ਤੇ ਹਮੇਸ਼ਾ ਰਹੇ ਤੇ ਸਾਡਾ ਸਬਰ ਡੋਲੇ ਨਾ, ਜਿੰਨਾ ਚਿਰ ਸਾਨੂੰ ਮੰਗੀ ਹੋਈ ਮੁਰਾਦ ਨਹੀਂ ਮਿਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।